ਗੁਰਵੰਤ ਸਿੰਘ ਲੁਧਿਆਣਾ ਦੇ ਕੋਲ ਇੱਕ ਪਿੰਡ ਦੇ ਨਿਵਾਸੀ ਹਨ ਜੋ ਕਿ ਇਸ ਵਕਤ ਅਮਰੀਕਾ ਦੇ ਵਿੱਚ ਰਹਿ ਰਹੇ ਨੇ। ਗੁਰਵੰਤ ਸਿੰਘ ਵੀ 24 ਲੱਖ ਰੁਪਇਆ ਲਗਾ ਕੇ ਡੋਂਗੀ ਰਾਹੀਂ ਅਮਰੀਕਾ ਪਹੁੰਚੇ ਸਨ। ਗੁਰਵੰਤ ਸਿੰਘ ਨੇ ਦੱਸਿਆ ਕਿ ਗ੍ਰੀਸ ਤੋਂ ਹੁੰਦੇ ਹੋਏ ਉਹ ਮੈਕਸੀਕੋ ਤੱਕ ਪਹੁੰਚੇ ਤੇ ਜੰਗਲੀ ਸਫ਼ਰ ਉਹਨਾਂ ਨੇ 15 ਬੰਦਿਆਂ ਦੇ ਨਾਲ ਸ਼ੁਰੂ ਕੀਤਾ, ਜਿਨ੍ਹਾਂ ਦੇ ਵਿੱਚ ਫਿਲੀਪੀਨੀ ਤੇ ਕਾਲੇ ਲੋਕ ਵੀ ਸਨ। ਲਗਾਤਾਰ ਚੱਲਦੇ ਜਾਣਾ ਸੀ, ਕਿਤੇ ਵੀ ਆਪਣੀ ਮਰਜ਼ੀ ਦੇ ਨਾਲ ਆਰਾਮ ਨਹੀਂ ਕੀਤਾ ਜਾ ਸਕਦਾ ਸੀ। ਜੋ ਰੁਕਿਆ ਉਸ ਦਾ ਸਾਥ ਛੱਡ ਦਿੱਤਾ ਜਾਂਦਾ ਸੀ ਤੇ ਉਹ ਜੰਗਲਾਂ ਦੇ ਵਿੱਚ ਹੀ ਗੁੰਮ ਹੋ ਕੇ ਮਰ ਜਾਂਦਾ ਸੀ। ਜੇਕਰ ਕੋਈ ਬਿਮਾਰੀ ਜਾਂ ਫਿਰ ਜ਼ਖਮ ਹੋ ਜਾਂਦਾ ਤਾਂ ਵੀ ਡੋਂਗਰ ਉਸ ਨੂੰ ਜੰਗਲਾਂ ਦੇ ਵਿੱਚ ਮਰਨ ਲਈ ਛੱਡ ਦਿੰਦੇ ਸੀ। ਗੁਰਵੰਤ ਸਿੰਘ ਨੇ ਦੱਸਿਆ ਕਿ ਥੋੜੇ ਖਾਣੇ ਤੇ ਲੰਮਾ ਸਫ਼ਰ ਕੱਟਣਾ ਪੈ ਰਿਹਾ ਸੀ ਤੇ ਫਿਰ ਸਾਨੂੰ ਜੰਗਲਾਂ ਦੇ ਭਿਆਨਕਤਾ ਦਾ ਪਤਾ ਚੱਲਿਆ। ਰਸਤੇ ਦੇ ਨਾਲ ਆਪਾਂ ਕਈ ਇਨਸਾਨਾਂ ਦੇ ਕੰਕਾਲ ਦੇਖੇ, ਜਿਨ੍ਹਾਂ ਨੂੰ ਸ਼ਾਇਦ ਰਸਤਿਆਂ ਦੇ ਵਿੱਚ ਹੀ ਛੱਡ ਦਿੱਤਾ ਗਿਆ ਸੀ। ਰਸਤੇ ਤੇ ਚੱਲਦੇ ਸਾਨੂੰ ਹਨੇਰਾ ਹੋਣ ਲੱਗਿਆ ਅਤੇ ਉੱਪਰੋਂ ਬਰਸਾਤ ਦਾ ਮੌਸਮ ਵੀ ਸੀ। ਵਰਦੇ ਮੀਂਹ ਦੇ ਵਿੱਚ ਵੀ ਸਾਨੂੰ ਲਗਾਤਾਰ ਚੱਲਦੇ ਹੀ ਜਾਣਾ ਸੀ। ਸਾਡੇ ਗਰੁੱਪ ਦੇ ਵਿੱਚ ਇੱਕ ਫਿਲੀਪੀਨੀ ਔਰਤ ਵੀ ਸੀ। ਮੀਂਹ ਦੇ ਵਿੱਚ ਸ਼ਾਇਦ ਉਹ ਬਿਮਾਰ ਹੋ ਚੁੱਕੀ ਸੀ, ਪਰ ਉਸ ਦੀ ਕਿਸਮਤ ਨੇ ਉਸ ਦਾ ਸਾਥ ਨਹੀਂ ਦਿੱਤਾ। ਇੱਕ ਜਗ੍ਹਾ ਦੇ ਉੱਪਰ ਸਾਰਾ ਗਰੁੱਪ ਆਰਾਮ ਕਰ ਰਿਹਾ ਸੀ ਤਾਂ ਇੱਕ ਜ਼ਹਿਰੀਲੇ ਸੱਪ ਨੇ ਉਸ ਨੂੰ ਡੰਗ ਮਾਰ ਦਿੱਤਾ। ਡੌਂਕਰਾਂ ਵੱਲੋਂ ਬੜੀ ਓੜ-ਪੋੜ ਕੀਤੀ ਗਈ, ਪਰ ਇੱਕ ਤਾਂ ਔਰਤ ਪਹਿਲਾਂ ਹੀ ਹਿੰਮਤ ਹਾਰ ਬੈਠੀ ਸੀ ਤੇ ਦੂਜਾ ਸ਼ਾਇਦ ਉਹ ਸੱਪ ਬਹੁਤ ਜ਼ਹਿਰੀਲਾ ਸੀ। ਉਹ ਦੇਖਦਿਆਂ ਸਾਡੀ ਅੱਖਾਂ ਦੇ ਸਾਹਮਣੇ ਦਮ ਤੋੜ ਗਈ, ਜਿਸ ਨੂੰ ਦੇਖ ਕੇ ਸਾਡੀ ਵੀ ਹਿੰਮਤ ਜਵਾਬ ਦੇਣ ਲੱਗੀ। ਹੌਲੀ-ਹੌਲੀ ਰਸਤਾ ਕੱਟਦਾ ਗਿਆ ਤੇ ਜੰਗਲਾਂ ਦੇ ਵਿੱਚ ਕਈ ਤਰ੍ਹਾਂ ਦੇ ਨਵੇਂ ਜੀਵ ਦੇਖੇ ਤੇ ਫਿਰ ਰਸਤੇ ਦੇ ਵਿੱਚ ਇੱਕ ਆਦਮੀ ਦਰਖਤ ਦੇ ਹੇਠਾਂ ਬੈਠਾ ਹੋਇਆ ਮਿਲਿਆ। ਆਪਾਂ ਨੂੰ ਲੱਗਿਆ ਕਿ ਸ਼ਾਇਦ ਕਿਸੇ ਗਰੁੱਪ ਦੇ ਨਾਲੋਂ ਵਿਛੜ ਚੁੱਕਿਆ ਹੈ, ਪਰ ਜਦੋਂ ਆਪਾਂ ਉਸ ਨੂੰ ਪਾਣੀ ਦੇਣ ਵਾਸਤੇ ਹਿਲਾਇਆ ਤਾਂ ਉਹ ਮਰਿਆ ਹੋਇਆ ਸੀ ਤੇ ਦੇਖਣ ਦੇ ਵਿੱਚ ਵੀ ਉਹ ਇੱਕ ਪੰਜਾਬੀ ਹੀ ਲੱਗ ਰਿਹਾ ਸੀ। ਦੂਸਰੇ ਦਿਨ ਦੀ ਰਾਤ ਸਮੇਂ ਆਪਾਂ ਜੰਗਲਾਂ ਦੇ ਵਿੱਚ ਇੱਕ ਪਹਾੜੀ ਦੀ ਓਟ ਲੈ ਕੇ ਰਾਤ ਕੱਟੀ। ਅੱਧੀ ਰਾਤ ਦੇ ਸਮੇਂ ਜੰਗਲਾਂ ਦੇ ਵਿੱਚ ਕਈ ਤਰ੍ਹਾਂ ਦੀ ਭਿਆਨਕ ਆਵਾਜ਼ਾਂ ਆਉਂਦੀਆਂ ਨੇ, ਪਰ ਉਹਨਾਂ ਆਵਾਜ਼ਾਂ ਦੇ ਵਿੱਚ ਇੱਕ ਆਵਾਜ਼ ਪੰਜਾਬੀ ਮੁੰਡੇ ਦੀ ਆ ਰਹੀ ਸੀ। ਦਰਦ ਦੇ ਨਾਲ ਭਰੀ ਹੋਈ ਆਵਾਜ਼ ਦੇ ਵਿੱਚ ਉਹ ਮੁੰਡਾ ਆਖ ਰਿਹਾ ਸੀ ਕਿ ਮੈਨੂੰ ਵੀ ਆਪਣੇ ਨਾਲ ਅਮਰੀਕਾ ਲੈ ਚੱਲੋ, ਮੈਂ ਵੀ ਅਮਰੀਕਾ ਜਾਣਾ ਹੈ। ਆਵਾਜ਼ ਤਾਂ ਆ ਰਹੀ ਸੀ ਪਰ ਕੋਈ ਵੀ ਦਿਖਾਈ ਨਹੀਂ ਦੇ ਰਿਹਾ ਸੀ, ਜਿਸ ਕਾਰਨ ਆਪਾਂ ਸਾਰੇ ਘਬਰਾ ਗਏ। ਸਾਡੇ ਗਰੁੱਪ ਦੇ ਕਾਲੇ ਬੰਦਿਆਂ ਨੂੰ ਵੀ ਇਹ ਆਵਾਜ਼ ਸਾਫ਼-ਸਾਫ਼ ਸੁਣਾਈ ਦਿੱਤੀ, ਜਿਸ ਤੋਂ ਇਹ ਸਾਫ਼ ਹੋ ਗਿਆ ਕਿ ਇਹ ਸਾਡਾ ਕੋਈ ਵਹਿਮ ਨਹੀਂ ਹੈ। ਆਵਾਜ਼ ਲਗਾਤਾਰ ਆ ਰਹੀ ਸੀ। ਸਾਨੂੰ ਲੱਗਿਆ ਕਿ ਸਾਡੀ ਤਰ੍ਹਾਂ ਹੀ ਕੋਈ ਹੋਰ ਪੰਜਾਬੀ ਝਾੜੀਆਂ ਦੇ ਵਿੱਚ ਲੁਕਿਆ ਹੋਇਆ ਹੈ, ਜੋ ਕਿ ਪ੍ਰੋਬਲਮ ਦੇ ਵਿੱਚ ਹੋ ਸਕਦਾ ਹੈ। ਆਪਾਂ ਉਸ ਨੂੰ ਆਵਾਜ਼ ਦੇ ਕੇ ਉਸ ਦਾ ਨਾਮ ਪੁੱਛਿਆ। ਤੇਜਵੀਰ ਨਾਮ ਦੱਸ ਕੇ ਉਸ ਨੇ ਇੱਕ ਨੰਬਰ ਬੋਲਿਆ ਤੇ ਕਿਹਾ ਕਿ ਮੇਰੇ ਘਰ ਫੋਨ ਕਰ ਦਿਓ ਤੇ ਮੇਰੀ ਮਾਂ ਦੇ ਨਾਲ ਮੇਰੀ ਗੱਲ ਕਰਵਾ ਦਿਓ ਕਿ ਉਸ ਦਾ ਪੁੱਤਰ ਅਮਰੀਕਾ ਨਹੀਂ ਪਹੁੰਚਿਆ। ਨੰਬਰ ਤਾਂ ਆਪਾਂ ਲਿਖ ਲਿਆ, ਪਰ ਫੋਨ ਕਿਵੇਂ ਕਰਦੇ? ਸਾਡੇ ਕੋਲ ਕਿਹੜਾ ਕੋਈ ਮੋਬਾਈਲ ਸੀ। ਸਾਡੇ ਡੌਂਗਰ ਨੇ ਸਾਨੂੰ ਇਸ਼ਾਰਾ ਕੀਤਾ ਕਿ ਸਾਨੂੰ ਇੱਥੋਂ ਚੱਲਣਾ ਹੋਵੇਗਾ ਤੇ ਆਪਾਂ ਸਾਰੇ ਉੱਥੋਂ ਤੁਰ ਪਏ, ਪਰ ਉਹ ਆਵਾਜ਼ ਲਗਾਤਾਰ ਸਾਡਾ ਪਿੱਛਾ ਕਰਦੀ ਰਹੀ। ਇੱਕ ਡੌਂਗਰ ਨੇ ਇਸ਼ਾਰਾ ਕੀਤਾ ਕਿ ਆਪਣੇ ਕੰਨ ਬੰਦ ਕਰ ਲਵੋ ਤੇ ਇਸ ਆਵਾਜ਼ ਵੱਲ ਧਿਆਨ ਨਾ ਦਿਓ। ਉਸ ਵੇਲੇ ਤਾਂ ਸਾਨੂੰ ਕੁਝ ਸਮਝ ਨਾ ਲੱਗੀ। ਸਾਨੂੰ ਲੱਗਿਆ ਕਿ ਡੌਂਗਰ ਉਸ ਬੰਦੇ ਨੂੰ ਆਪਣੇ ਨਾਲ ਨਹੀਂ ਰੱਖਣਾ ਚਾਹੁੰਦਾ, ਇਸ ਕਰਕੇ ਸਾਨੂੰ ਕੰਨ ਬੰਦ ਕਰਨ ਲਈ ਕਹਿ ਰਿਹਾ ਹੈ। ਅਗਲੇ ਦਿਨ ਸਾਡੇ ਨਾਲ ਇੱਕ ਪੰਜਾਬੀ ਗੁਰਦਾਸਪੁਰ ਬਟਾਲੇ ਵਾਲੀ ਸਾਈਡ ਦਾ ਸੀ। ਜੰਗਲਾਂ ਦੇ ਵਿੱਚ ਇੱਕ ਮੱਖੀ ਉਸ ਦੇ ਬੁੱਲ ਦੇ ਉੱਪਰ ਲੜੀ, ਜਿਸ ਕਾਰਨ ਦੇਖਦਿਆਂ ਉਹ ਸਾਡੇ ਸਾਹਮਣੇ ਹੀ ਮਰ ਗਿਆ ਤੇ ਉਸ ਦੀ ਲਾਸ਼ ਨੂੰ ਉੱਥੇ ਹੀ ਛੱਡਣਾ ਪੈ ਗਿਆ। ਆਖਿਰ ਆਪਾਂ ਕੰਧ ਟੱਪ ਕੇ ਅਮਰੀਕਾ ਦੇ ਵਿੱਚ ਦਾਖਲ ਹੋਏ। ਕੇਸ ਚੱਲਿਆ ਤੇ ਆਪਾਂ ਕੇਸ ਜਿੱਤ ਗਏ। ਅਮਰੀਕਾ ਦੇ ਵਿੱਚ ਕੰਮ ਕਰਨ ਲੱਗੇ ਤੇ ਕੰਮ ਕਰਦਿਆਂ ਨੂੰ ਕੁਝ ਸਮਾਂ ਹੋਇਆ ਤੇ ਮੈਨੂੰ ਇੱਕ ਦਿਨ ਸੁਪਨੇ ਦੇ ਵਿੱਚ ਉਹੀ ਆਵਾਜ਼ ਸੁਣਾਈ ਦਿੱਤੀ ਕਿ ਮੈਨੂੰ ਵੀ ਅਮਰੀਕਾ ਆਪਣੇ ਨਾਲ ਲੈ ਜਾਓ। ਮੈਂ ਇੱਕਦਮ ਡਰ ਕੇ ਉੱਠਿਆ ਤੇ ਮੁੜ ਕੇ ਮੈਨੂੰ ਨੀਂਦ ਨਾ ਆਈ। ਮੈਂ ਜਲਦੀ ਦੇ ਨਾਲ ਉਹ ਲਿਖਿਆ ਹੋਇਆ ਨੰਬਰ ਕੱਢਿਆ ਤੇ ਕਾਲ ਕੀਤੀ। ਸਾਹਮਣੇ ਇੱਕ ਮਾਤਾ ਨੇ ਫੋਨ ਚੁੱਕਿਆ ਤੇ ਮੈਂ ਕਿਹਾ ਕਿ ਇਹ ਤੇਜਵੀਰ ਦਾ ਨੰਬਰ ਹੈ। ਮਾਤਾ ਨੇ ਅੱਗਿਓਂ ਜਵਾਬ ਦਿੱਤਾ ਕਿ ਤੈਨੂੰ ਵੀ ਅਮਰੀਕਾ ਜਾਂਦੇ ਹੋਏ ਇਹ ਨੰਬਰ ਜੰਗਲਾਂ ਦੇ ਵਿੱਚੋਂ ਮਿਲਿਆ ਹੈ। ਮੈਂ ਉਸ ਵੇਲੇ ਬੜਾ ਹੈਰਾਨ ਹੋਇਆ ਤੇ ਇੱਕਦਮ ਡਰ ਵੀ ਗਿਆ ਕਿ ਮਾਤਾ ਨੂੰ ਇਹ ਕਿਵੇਂ ਪਤਾ ਲੱਗਿਆ। ਮੈਨੂੰ ਲੱਗਿਆ ਕਿ ਸ਼ਾਇਦ ਤੇਜਵੀਰ ਵਾਪਿਸ ਭਾਰਤ ਪਰਤ ਗਿਆ ਹੋਵੇਗਾ। ਮੈਂ ਮਾਤਾ ਨੂੰ ਪੁੱਛਿਆ ਕਿ ਤੇਜਵੀਰ ਕਿੱਥੇ ਹੈ, ਕਿ ਉਹ ਭਾਰਤ ਪਹੁੰਚਿਆ ਜਾਂ ਫਿਰ ਅਮਰੀਕਾ। ਉਸ ਵੇਲੇ ਜੋ ਜਵਾਬ ਮਾਤਾ ਨੇ ਦਿੱਤਾ ਉਹ ਸੁਣ ਕੇ ਮੇਰੀ ਲੱਤਾਂ ਨੂੰ ਕੰਬਣੀ ਛਿੜ ਗਈ। ਮਾਤਾ ਨੇ ਕਿਹਾ ਕਿ ਨਾ ਤਾਂ ਉਹ ਅਮਰੀਕਾ ਪਹੁੰਚਿਆ ਤੇ ਨਾ ਹੀ ਪੰਜਾਬ। ਉਹ ਤਾਂ 10 ਸਾਲ ਪਹਿਲਾਂ ਹੀ ਉਹਨਾਂ ਜੰਗਲਾਂ ਦੇ ਵਿੱਚ ਹੀ ਮਰ ਚੁੱਕਿਆ ਹੈ ਤੇ ਸ਼ਾਇਦ ਉਸ ਦੀ ਰੂਹ ਹਾਲੇ ਵੀ ਉਹਨਾਂ ਜੰਗਲਾਂ ਦੇ ਵਿੱਚ ਭਟਕ ਰਹੀ ਹੈ, ਕਿਉਂਕਿ ਸਾਨੂੰ ਲਗਾਤਾਰ 10 ਸਾਲਾਂ ਤੋਂ ਕਿਸੇ ਨਾ ਕਿਸੇ ਬੰਦੇ ਦਾ ਫੋਨ ਆਉਂਦਾ ਹੈ ਤੇ ਉਹ ਬੰਦੇ ਤੇਜਵੀਰ ਬਾਰੇ ਹੀ ਪੁੱਛਦੇ ਹਨ, ਜਿਸ ਕਰਕੇ ਆਪਾਂ ਇਹ ਨੰਬਰ ਕਦੀ ਬੰਦ ਹੀ ਨਹੀਂ ਕੀਤਾ। ਸਾਡੇ ਪੁੱਤ ਦਾ ਫੋਨ ਤਾਂ ਇਸ ਨੰਬਰ ਤੇ ਨਹੀਂ ਆਇਆ, ਪਰ 10 ਸਾਲਾਂ ਤੋਂ ਸਾਨੂੰ ਸੈਂਕੜੇ ਹੀ ਫੋਨ ਇਸ ਨੰਬਰ ਤੇ ਆਏ ਹਨ ਜੋ ਕਹਿੰਦੇ ਨੇ ਕਿ ਸਾਨੂੰ ਇਹ ਨੰਬਰ ਤੇਜਵੀਰ ਨੇ ਦਿੱਤਾ ਹੈ। ਹੁਣ ਇਹ ਸੁਣ ਕੇ ਮੈਂ ਕੀ ਬੋਲ ਸਕਦਾ ਸੀ? ਮੇਰੇ ਕੋਲ ਕੋਈ ਜਵਾਬ ਨਹੀਂ ਸੀ। ਹੁਣ ਤੱਕ ਤਾਂ ਮੈਂ ਕਦੀ ਭੂਤ ਪ੍ਰੇਤ ਆਤਮਾ ਉੱਤੇ ਵਿਸ਼ਵਾਸ ਨਹੀਂ ਕੀਤਾ, ਪਰ ਹੁਣ ਆਤਮਾ ਨੇ ਡਾਇਰੈਕਟ ਆਪਣਾ ਨੰਬਰ ਦੇ ਕੇ ਮੈਨੂੰ ਵਿਸ਼ਵਾਸ ਕਰਵਾ ਦਿੱਤਾ ਸੀ। ਮੈਂ ਮਾਤਾ ਨੂੰ ਪੁੱਛਿਆ ਕਿ ਉਸ ਦੇ ਨਾਲ ਕੋਈ ਹੋਰ ਵੀ ਪੰਜਾਬੀ ਜਾਂ ਫਿਰ ਪਿੰਡ ਦਾ ਬੰਦਾ ਗਿਆ ਸੀ ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਉਸ ਦੀ ਮੌਤ ਉਹਨਾਂ ਜੰਗਲਾਂ ਦੇ ਵਿੱਚ ਹੋ ਚੁੱਕੀ ਹੈ। ਮਾਤਾ ਨੇ ਕਿਹਾ ਕਿ 10 ਸਾਲ ਪਹਿਲਾਂ ਮੈਂ ਆਪਣੇ ਦੋਨੋਂ ਪੁੱਤ ਅਮਰੀਕਾ ਭੇਜੇ ਸੀ, ਜਿਨ੍ਹਾਂ ਦੇ ਵਿੱਚੋਂ ਵੱਡਾ ਪੁੱਤ ਤਾਂ ਅਮਰੀਕਾ ਪਹੁੰਚ ਗਿਆ ਤੇ ਮੇਰਾ ਛੋਟਾ ਲੜਕਾ ਤੇਜਵੀਰ ਉਹਨਾਂ ਜੰਗਲਾਂ ਦੇ ਵਿੱਚ ਹੀ ਮਰ ਗਿਆ। ਮੈਂ ਉਸ ਮਾਤਾ ਦੇ ਕੋਲੋਂ ਉਹਨਾਂ ਦੇ ਵੱਡੇ ਭਰਾ ਦਾ ਨੰਬਰ ਲਿਆ ਤੇ ਉਸ ਦੇ ਨਾਲ ਗੱਲ ਕੀਤੀ।
ਉਸ ਦੇ ਵੱਡੇ ਭਰਾ ਗੁਰਵੀਰ ਨੇ ਦੱਸਿਆ ਕਿ ਆਪਾਂ ਦੋਨੋਂ ਭਰਾ 2007 ਦੇ ਵਿੱਚ ਆਪਣੇ ਪਿੰਡੋਂ ਅਮਰੀਕਾ ਦੇ ਲਈ ਨਿਕਲੇ ਸੀ। ਪੈਨਾਮਾ ਦੇ ਜੰਗਲਾਂ ਦੇ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਮੇਰੇ ਭਰਾ ਨੂੰ ਕੋਈ ਬਿਮਾਰੀ ਨੇ ਆ ਘੇਰਿਆ ਤੇ ਜੰਗਲਾਂ ਦੇ ਵਿੱਚ ਪਹੁੰਚ ਕੇ ਉਸ ਨੂੰ ਖੂਨ ਦੀਆਂ ਉਲਟੀਆਂ ਲੱਗ ਗਈਆਂ। ਫਿਰ ਵੀ ਮੈਂ ਉਸ ਨੂੰ ਨਾਲ ਲੈ ਕੇ ਚੱਲਦਾ ਰਿਹਾ। ਉਸ ਨੂੰ ਰਸਤੇ ਦੇ ਵਿੱਚ ਚੁੱਕ ਕੇ ਵੀ ਖੜਿਆ। ਮੇਰੇ ਨਾਲ ਦੇ ਪੰਜਾਬੀਆਂ ਤੇ ਕਾਲਿਆਂ ਨੇ ਵੀ ਉਸ ਨੂੰ ਵਾਰੀ-ਵਾਰੀ ਚੁੱਕ ਕੇ ਰਸਤਾ ਕਢਵਾਇਆ। ਰਸਤੇ ਦੇ ਵਿੱਚ ਉਸ ਦਾ ਇਲਾਜ ਵੀ ਕੀਤਾ ਗਿਆ, ਪਰ ਅੱਧੇ ਰਸਤੇ ਦੇ ਵਿੱਚ ਹੀ ਉਸ ਨੇ ਦਮ ਤੋੜ ਦਿੱਤਾ। ਨਾ ਚਾਹੁੰਦੇ ਹੋਏ ਵੀ ਉਸ ਨੂੰ ਉੱਥੇ ਹੀ ਛੱਡਣਾ ਪਿਆ। ਜੰਗਲ ਦੇ ਵਿੱਚ ਉਸ ਦੀ ਲਾਸ਼ ਨੂੰ ਜਲਾ ਨਹੀਂ ਸਕਦੇ ਸੀ ਤੇ ਨਾ ਹੀ ਡੋਂਗਰ ਉਸ ਦੀ ਲਾਸ਼ ਨੂੰ ਦੱਬਣ ਦਾ ਮੌਕਾ ਦੇ ਰਹੇ ਸੀ। ਇੱਕ ਪਹਾੜੀ ਦੇ ਕੋਲ ਹੀ ਉਸ ਦੀ ਲਾਸ਼ ਨੂੰ ਰੱਖ ਦਿੱਤਾ ਅਤੇ ਇੱਕ ਸਰਦਾਰ ਨੇ ਆਪਣੀ ਪਗੜੀ ਉਤਾਰ ਕੇ ਉਸ ਦੇ ਉੱਪਰ ਦੇ ਦਿੱਤੀ ਤੇ ਆਪਾਂ ਉੱਥੋਂ ਚਲੇ ਗਏ, ਇਹ ਸੋਚ ਕੇ ਕਿ ਉਸ ਦਾ ਸਰੀਰ ਤਾਂ ਹੁਣ ਮਿੱਟੀ ਹੋ ਚੁੱਕਿਆ ਹੈ, ਕਿਸੇ ਜੀਵ ਜੰਤੂ ਦੀ ਖੁਰਾਕ ਬਣ ਕੇ ਕੰਮ ਆਵੇਗਾ। ਪਰ ਸ਼ਾਇਦ ਉਸ ਦੀ ਰੂਹ ਅੱਜ ਵੀ ਉਹਨਾਂ ਜੰਗਲਾਂ ਦੇ ਵਿੱਚ ਘੁੰਮ ਰਹੀ ਹੈ। ਇਹ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ ਕਿ ਆਪਾਂ ਕਿਹੜੇ ਰਸਤਿਆਂ ਦੇ ਉੱਤੇ ਚੱਲ ਕੇ ਅਮਰੀਕਾ ਪਹੁੰਚੇ ਹਾਂ। ਜੇਕਰ ਮੇਰੇ ਨਾਲ ਵੀ ਇੰਜ ਹੁੰਦਾ ਤਾਂ ਮੇਰੇ ਮਾਤਾ-ਪਿਤਾ ਜਿਨ੍ਹਾਂ ਨੇ ਆਪਣੀ ਸਾਰੀ ਜ਼ਮੀਨ ਵੇਚ ਕੇ ਮੈਨੂੰ ਇੱਥੇ ਤੱਕ ਪਹੁੰਚਾਇਆ ਸੀ, ਉਹਨਾਂ ਦਾ ਕੀ ਹੁੰਦਾ। ਜੇਕਰ ਢੰਗ ਦੇ ਨਾਲ ਪੰਜਾਬ ਦੇ ਵਿੱਚ ਹੀ ਖੇਤੀ ਕੀਤੀ ਹੁੰਦੀ ਤਾਂ ਮੇਰੇ ਲਈ ਪੰਜਾਬ ਹੀ ਅਮਰੀਕਾ ਹੋਣਾ ਸੀ। ਅਜਿਹੀ ਨਰਕ ਤੇ ਦਲਦਲ ਭਰੀ ਜ਼ਿੰਦਗੀ ਨਹੀਂ ਦੇਖਣੀ ਪੈਣੀ ਸੀ। ਅੱਜ ਪੂਰੇ 2 ਸਾਲ ਬੀਤ ਚੁੱਕੇ ਹਨ ਇਸ ਗੱਲ ਨੂੰ, ਪਰ ਅੱਜ ਵੀ ਉਹ ਤੇਜਵੀਰ ਦੀ ਆਵਾਜ਼ ਮੇਰਾ ਪਿੱਛਾ ਨਹੀਂ ਛੱਡ ਰਹੀ ਤੇ ਸ਼ਾਇਦ ਨਾ ਹੀ ਕਦੇ ਛੱਡੇਗੀ। ਮਾਤਾ-ਪਿਤਾ ਅੱਗੇ ਬੇਨਤੀ ਹੈ, ਇਹਨਾਂ ਮੌਤਾਂ ਦੀਆਂ ਖੱਡਾਂ ਵਿੱਚ ਨਾ ਭੇਜੋ। ਇੱਥੇ ਸਰੀਰ ਤਾਂ ਕੀ, ਆਤਮਾ ਤੱਕ ਨੂੰ ਛੁਟਕਾਰਾ ਨਹੀਂ ਮਿਲਦਾ।